ਸੰਗਤ ਸਾਧ ਸੰਗਤ। ਤਿਲੰਗ ਰਾਗ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਬਚਨ ਹੈ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੁ। ਹੇ ਬੰਦੇ ਤੂੰ ਪਰਮਾਤਮਾ ਦੀ ਬੰਦਗੀ ਕਰ। ਤੇ ਬੰਦਗੀ ਕਰਨੀ ਵੀ ਕਦੋਂ ਤੱਕ ਹੈ? ਪਾਤਸ਼ਾਹ ਕਹਿੰਦੇ ਜਿਚਰ ਘਟ ਮੈਂ ਸਾਹੁ। ਜਦੋਂ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਚੱਲਦੇ ਪਏ ਨੇ ਤੂੰ ਪਰਮਾਤਮਾ ਦੀ ਬੰਦਗੀ ਕਰ। ਸਾਧ ਸੰਗਤ ਬੰਦਗੀ ਤੋਂ ਸ਼ਬਦ ਬਣਿਆ ਹੈ ਬੰਦਾ। ਜਿਵੇਂ ਨੌਕਰੀ ਤੋਂ ਬਣਿਆ ਨੌਕਰ, ਵਿਆਪਾਰ ਤੋਂ ਬਣਿਆ ਵਿਆਪਾਰੀ, ਵਿਦਿਆ ਤੋਂ ਬਣਿਆ ਵਿਦਿਆਰਥੀ, ਦੁਕਾਨਦਾਰੀ ਤੋਂ ਬਣਿਆ ਦੁਕਾਨਦਾਰ, ਤਿਵੇਂ ਹੀ ਬੰਦਗੀ ਤੋਂ ਸ਼ਬਦ ਬਣਿਆ ਹੈ ਬੰਦਾ। ਬੰਦਗੀ ਸ਼ਬਦ ਫਾਰਸੀ ਦਾ ਹੈ। ਫਾਰਸੀ ਦੇ ਅੰਦਰ ਇਸ ਦੇ ਅਰਥ ਨੇ ਪਰਮਾਤਮਾ ਦੀ ਇਬਾਦਤ ਕਰਨੀ, ਪਰਮਾਤਮਾ ਦੀ ਨੌਕਰੀ ਕਰਨੀ, ਪਰਮਾਤਮਾ ਦੀ ਚਾਕਰੀ ਕਰਨੀ। ਤੇ ਜਿਹੜਾ ਨੌਕਰੀ ਕਰੇ, ਚਾਕਰੀ ਕਰੇ, ਇਬਾਦਤ ਕਰੇ, ਉਹ ਪਰਮਾਤਮਾ ਦਾ ਬੰਦਾ। ਪਰਮਾਤਮਾ ਦਾ ਬੰਦਾ ਕੌਣ ਹੈ? ਜਿਹੜਾ ਪਰਮਾਤਮਾ ਦੀ ਚਾਕਰੀ ਕਰੇ, ਜਿਹੜਾ ਪਰਮਾਤਮਾ ਦੀ ਇਬਾਦਤ ਕਰੇ, ਪਰਮਾਤਮਾ ਦੀ ਨੌਕਰੀ ਕਰੇ। ਔਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਸਤਿਗੁਰਾਂ ਨੇ ਤਾਂ ਆਪਣੇ ਆਪ ਨੂੰ ਪਰਮਾਤਮਾ ਦਾ ਚਾਕਰ ਆਖਿਆ ਹੈ। ਸਤਿਗੁਰੂ ਨੇ ਆਪਣੇ ਆਪ ਨੂੰ ਪਰਮਾਤਮਾ ਦਾ ਗੁਲਾਮ ਆਖਿਆ ਹੈ, ਬੰਦਾ ਆਖਿਆ ਕਿ ਪਰਮਾਤਮਾ ਅਸੀਂ ਤੇਰੇ ਗੁਲਾਮ ਹਾਂ। ਦੋ ਬਚਨ ਬਾਣੀ ਵਿੱਚੋਂ ਆਪ ਜੀ ਦੇ ਸਨਮੁਖ ਰੱਖਾਂ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਬਚਨ ਆਉਂਦਾ ਹੈ। ਪਾਤਸ਼ਾਹ ਕਹਿੰਦੇ ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਜ਼ਮਤ ਕਰੀ ਜਨ ਬੰਦਾ ਤੇਰਾ। ਹੇ ਪ੍ਰਮਾਤਮਾ ਤੂੰ ਮੇਰਾ ਮਾਲਕ ਹੈ, ਤੂੰ ਮੇਰੇ ਸਿਰ ਦਾ ਮਾਲਕ ਹੈ, ਤੂੰ ਦਾਨਾ ਤੇ ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈ। ਖਿਜ਼ਮਤ ਕਰੀ ਜਨ ਬੰਦਾ ਤੇਰਾ। ਪ੍ਰਮਾਤਮਾ ਮੇਰੀ ਤਾਂਗ ਹੈ, ਮੇਰੇ ਅੰਦਰ ਦੀ ਇੱਛਾ ਹੈ ਕਿ ਮੈਂ ਤੇਰੀ ਸੇਵਾ ਕਰਦਾ ਰਵਾਂ। ਖਿਦਮਤ ਦਾ ਅਰਥ ਹੈ ਸੇਵਾ, ਚਾਕਰੀ, ਨੌਕਰੀ। ਮੈਂ ਤੇਰੀ ਚਾਕਰੀ ਕਰਦਾ ਰਵਾਂ। ਹੇ ਪ੍ਰਮਾਤਮਾ ਮੇਰੀ ਤਾਂਗ ਹੈ ਕਿ ਮੈਂ ਤੇਰਾ ਸੇਵਕ ਬਣਿਆ ਰਵਾਂ, ਮੈਂ ਤੇਰਾ ਬੰਦਾ ਭਾਵ ਕੇ ਗੁਲਾਮ ਬਣਿਆ ਰਹਾਂ, ਮੈਂ ਤੇਰਾ ਗੁਲਾਮ ਬਣ ਕੇ ਰਹਾਂ। ਬੰਦੇ ਦੇ ਅਰਥ ਨੇ ਗੁਲਾਮ, ਨੌਕਰ, ਦਾਸ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਅਸੀਂ ਪਰਮਾਤਮਾ ਦੇ ਖਰੀਦੇ ਹੋਏ ਗੁਲਾਮ ਹਾਂ। ਬਚਨ ਆਪ ਜੀ ਨੂੰ ਚੇਤੇ ਹੋਵੇਗਾ, ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ, ਜਿਉ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ। ਇਹ ਸਾਰਾ ਕੁਝ ਪਰਮਾਤਮਾ ਦਾ ਹੈ, ਸਾਰਾ ਦਿੱਤਾ ਪਰਮਾਤਮਾ ਦਾ ਹੈ। ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ, ਮੇਰਾ ਸਾਹਿਬ ਸਦੀ ਵੀ ਰਹਿਣ ਵਾਲਾ ਹੈ, ਸੱਚ ਹੈ। ਤੇ ਮੈਂ ਉਸ ਪਰਮਾਤਮਾ ਦਾ ਬੰਦਾ ਹਾਂ। ਬੈ ਖਰੀਦ ਕਿਉਂਕਿ ਉਸਨੇ ਮੈਨੂੰ ਖਰੀਦਿਆ ਹੋਇਆ ਹੈ, ਮੈਂ ਖਰੀਦਿਆ ਹੋਇਆ ਗੁਲਾਮ ਹਾਂ ਉਸ ਪਰਿਪੂਰਨ ਪਰਮਾਤਮਾ ਦਾ। ਸਾਧ ਸੰਗਤ ਜਿਹੜਾ ਬੰਦਾ ਪਰਮਾਤਮਾ ਦੀ ਬੰਦਗੀ ਕਰੇ ਉਸ ਨੂੰ ਆਖਿਆ ਜਾਂਦਾ ਹੈ ਬੰਦਾ। ਜਿਵੇਂ ਦੁਨੀਆ ਦੇ ਅੰਦਰ, ਸਮਾਜ ਦੇ ਅੰਦਰ ਜੋ ਮਨੁੱਖ ਜਿਹੜਾ ਕੰਮ ਕਰਦਾ ਹੈ ਉਸ ਨੂੰ ਉਸ ਕੀਤੇ ਦੇ ਨਾਲ, ਉਸ ਕੰਮ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ। ਉਦਾਹਰਣ ਵਜੋਂ ਜਿਵੇਂ ਇੱਕ ਮਨੁੱਖ ਵਿਆਪਾਰ ਕਰਦਾ ਹੈ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਵਿਆਪਾਰੀ। ਇੱਕ ਬੰਦਾ ਨੌਕਰੀ ਕਰਦਾ ਹੈ ਉਸ ਨੂੰ ਕਹਿ ਦਿੰਦੇ ਹਾਂ ਨੌਕਰ। ਇੱਕ ਬੰਦਾ ਖੇਤੀ ਕਰਦਾ ਹੈ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਕਿਰਸਾਨ। ਇੱਕ ਬੰਦਾ ਦੁਕਾਨਦਾਰੀ ਕਰਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਦੁਕਾਨਦਾਰ। ਇੱਕ ਬੱਚਾ ਪੜ੍ਹਾਈ ਕਰਦਾ ਹੈ, ਵਿਦਿਆ ਧਾਰਨ ਕਰਦਾ ਹੈ, ਅਸੀਂ ਕਹਿ ਦਿੰਦੇ ਹਾਂ ਵਿਦਿਆਰਥੀ। ਇਸੇ ਤਰ੍ਹਾਂ ਜਿਹੜਾ ਬੰਦਾ ਪਰਮਾਤਮਾ ਦੀ ਬੰਦਗੀ ਕਰੇ ਉਸ ਨੂੰ ਅਸੀਂ ਕਹਿੰਦੇ ਹਾਂ ਬੰਦਾ। ਪਰ ਗੁਰੂ ਪਿਆਰਿਓ ਇੱਕ ਖਿਆਲ ਕਰਿਓ, ਜਿਹੜਾ ਬੰਦਾ ਵਿਆਪਾਰ ਕਰੇ ਉਸ ਨੂੰ ਅਸੀਂ ਨੌਕਰ ਨਹੀਂ ਆਖ ਸਕਦੇ ਹਾਂ। ਜਿਹੜਾ ਬੰਦਾ ਨੌਕਰੀ ਕਰੇ ਉਸ ਨੂੰ ਵਿਆਪਾਰੀ ਨਹੀਂ ਆਖ ਸਕਦੇ ਹਾਂ। ਜਿਹੜਾ ਬੰਦਾ ਖੇਤੀਬਾੜੀ ਕਰੇ ਉਸ ਨੂੰ ਅਸੀਂ ਵਿਦਿਆਰਥੀ ਨਹੀਂ ਆਖ ਸਕਦੇ ਹਾਂ। ਜਿਹੜਾ ਬੰਦਾ ਵਿਦਿਆਰਥੀ ਹੈ
ਉਸ ਨੂੰ ਅਸੀਂ ਦੁਕਾਨਦਾਰ ਨਹੀਂ ਆਖ ਸਕਦੇ ਹਾਂ। ਬਿਲਕੁਲ ਇਉਂ ਜਿਹੜਾ ਬੰਦਾ ਪਰਮਾਤਮਾ ਦੀ ਬੰਦਗੀ ਨਾ ਕਰੇ ਉਸ ਨੂੰ ਬੰਦਾ ਨਹੀਂ ਆਖ ਸਕਦੇ ਹਾਂ। ਜਿਹੜਾ ਕੁਕਰਮ ਕਰਦਾ ਰਹੇ ਉਸ ਨੂੰ ਫਿਰ ਬੰਦਾ ਕੋਈ ਨਹੀਂ ਆਖੇਗਾ। ਜੇ ਬੰਦਾ ਆਖਦੇ ਹਾਂ ਤਾਂ ਫਿਰ ਉਹ ਗਲਤ ਹੈ। ਬੰਦਾ ਕੌਣ ਹੈ? ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਚਨ ਆਉਂਦਾ ਹੈ, ਕੁਦਰਤ ਕਰਕੇ ਵਸਿਆ ਸੋਏ, ਵਖਤ ਵਿਚਾਰੇ ਸੋ ਬੰਦਾ ਹੋਏ। ਜਿਸ ਨੇ ਵਕਤ ਦੀ ਵਿਚਾਰ ਕਰ ਲਈ, ਵਕਤ ਕਿਹੜਾ ਕਿ ਮਨੁੱਖਾ ਦੇਹ ਮੈਨੂੰ ਕਿਉਂ ਪ੍ਰਾਪਤ ਹੋਈ, ਜਿਸ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਮੇਰਾ ਜੀਵਨ ਮਨੋਰਥ ਕੀ ਹੈ, ਮੇਰਾ ਲਾਈਫ ਮੋਟਿਵ ਕੀ ਹੈ, ਜਿਸ ਨੂੰ ਇਸ ਗੱਲ ਦਾ ਪਤਾ ਲੱਗਿਆ, ਗੁਰੂ ਪਿਆਰਿਓ ਅਸਲ ਵਿੱਚ ਬੰਦਾ ਉਹ ਹੈ। ਸਤਿਗੁਰੂ ਨੇ ਆਖ ਦਿੱਤਾ, ਕੁਦਰਤ ਕਰਕੇ ਵਸਿਆ ਸੋਏ, ਵਖਤ ਵਿਚਾਰੇ ਸੋ ਬੰਦਾ ਹੋਏ। ਜਿਸ ਨੇ ਵਕਤ ਦੀ ਵਿਚਾਰ ਕਰ ਲਈ, ਜਿਸ ਨੇ ਵਿਚਾਰ ਕਰ ਲਈ ਕਿ ਮੈਂ ਸੰਸਾਰ ਵਿੱਚ ਆਇਆ ਹਾਂ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ। ਸਾਧ ਸੰਗਤ ਗੱਲ ਚੰਗੀ ਤਰ੍ਹਾਂ ਸਪਸ਼ਟ ਹੋਵੇ। ਜ਼ਿੰਦਗੀ ਨਾਮੇ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਦੇ ਕੁਝ ਕੁ ਸ਼ੇਰ ਆਪ ਜੀ ਦੇ ਸਨਮੁਖ ਰੱਖਾਂ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਆਖਦੇ ਨੇ, ਦੁਨੀਆ ਦੇ ਅੰਦਰ ਹਰੇਕ ਮਨੁੱਖ ਦੌਲਤ ਕਮਾਉਣ ਦੀ ਸੋਚਦਾ ਹੈ, ਧਨ ਦੌਲਤ ਕਮਾਉਂਦਾ ਹੈ, ਪਰ ਇਹ ਦੁਨੀਆਵੀ ਦੌਲਤ ਇਹ ਕਦੇ ਆਉਂਦੀ ਹੈ ਤੇ ਕਦੇ ਚਲੀ ਜਾਂਦੀ ਹੈ, ਸਦੀ ਵੀ ਨਹੀਂ ਰਹਿੰਦੀ। ਜਿਹੜਾ ਅੱਜ ਅਮੀਰ ਹੈ ਉਹ ਕੱਲ੍ਹ ਨੂੰ ਕੰਗਾਲ ਵੀ ਬਣ ਜਾਏਗਾ, ਤੇ ਜਿਹੜਾ ਅੱਜ ਕੰਗਾਲ ਹੈ ਉਹ ਅਮੀਰ ਵੀ ਬਣ ਸਕਦਾ ਹੈ। ਇਹ ਦੁਨੀਆ ਦੇ ਅੰਦਰ ਚੱਲਦਾ ਰਹਿੰਦਾ ਹੈ। ਕੋਈ ਗਰੀਬ, ਕੋਈ ਅਮੀਰ, ਕੋਈ ਗਰੀਬ ਤੋਂ ਅਮੀਰ ਬਣ ਜਾਂਦਾ ਹੈ, ਕੋਈ ਅਮੀਰ ਤੋਂ ਗਰੀਬ ਬਣ ਜਾਂਦਾ ਹੈ। ਪਰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਆਖਦੇ ਨੇ, ਸੱਜਣਾ ਜੇ ਤੂੰ ਪਰਮਾਤਮਾ ਦੀ ਬੰਦਗੀ ਕੀਤੀ ਤਾਂ ਇਹ ਬੰਦਗੀ ਇੱਕ ਐਸਾ ਖਜ਼ਾਨਾ ਹੈ, ਇਹ ਕਦੇ ਜਾਂਦਾ ਨਹੀਂ। ਜੇ ਇੱਕ ਵਾਰ ਪ੍ਰਾਪਤ ਹੋ ਗਿਆ ਮੁੜ ਕੇ ਜਾਏਗਾ ਨਹੀਂ ਕਦੇ ਵੀ। ਉਹਨਾਂ ਦਾ ਸ਼ੇਰ ਹੈ ਜ਼ਿੰਦਗੀ ਨਾਮੇ ਦੇ ਅੰਦਰ, ਆਖਦੇ ਨੇ, ਦੌਲਤ ਜਾਵੀਦ ਬਾਸ਼ਦ ਬੰਦਗੀ। ਜਾਵੀਦ ਦਾ ਅਰਥ ਹੈ ਅਮਰ, ਸਦੀ ਵੀ ਰਹਿਣ ਵਾਲੀ। ਇਹ ਬੰਦਗੀ ਇੱਕ ਐਸਾ ਖਜ਼ਾਨਾ ਹੈ ਜਿਹੜਾ ਸਦੀ ਵੀ ਰਹਿਣ ਵਾਲਾ ਹੈ। ਦੌਲਤ ਜਾਵੀਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਸਜਣਾ ਇਸ ਕਰਕੇ ਤੂੰ ਬੰਦਗੀ ਕਰ। ਕਿਸੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੂੰ ਪੁੱਛ ਲਿਆ, ਭਾਈ ਨੰਦ ਲਾਲ ਸਾਹਿਬ ਬੰਦੇ ਦਾ ਕਮਾਲ ਕੀ ਹੈ ਤੇ ਬੰਦੇ ਦੀ ਨਿਸ਼ਾਨੀ ਕੀ ਹੈ? ਜਿਵੇਂ ਅਸੀਂ ਆਖਦੇ ਹਾਂ ਨਾ ਕਿ ਫਲਾਣੇ ਬੰਦੇ ਦੀ ਕੀ ਨਿਸ਼ਾਨੀ ਹੈ, ਫਲਾਣੀ ਥਾਂ ਦੀ ਕੀ ਨਿਸ਼ਾਨੀ ਹੈ। ਪੁੱਛ ਲਿਆ ਬੰਦੇ ਦੀ ਕੀ ਨਿਸ਼ਾਨੀ ਹੈ ਤੇ ਬੰਦੇ ਦਾ ਕਮਾਲ ਕੀ ਹੈ? ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ, ਭਾਈ ਬੰਦੇ ਦਾ ਇੱਕੋ ਕਮਾਲ ਹੈ। ਉਹ ਕੀ ਹੈ? ਉਹ ਹੈ ਪਰਮਾਤਮਾ ਦੀ ਬੰਦਗੀ। ਤੇ ਬੰਦੇ ਦੀ ਇੱਕੋ ਨਿਸ਼ਾਨੀ ਹੈ। ਉਹ ਨਿਸ਼ਾਨੀ ਕੀ ਹੈ? ਉਹ ਵੀ ਪਰਮਾਤਮਾ ਦੀ ਬੰਦਗੀ। ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਹੋਵੇ ਉਹ ਅਸਲ ਵਿੱਚ ਬੰਦਾ ਹੈ। ਉਹਨਾਂ ਨੇ ਬੜਾ ਸੁੰਦਰ ਲਿਖਿਆ, ਬੰਦਗੀ ਬਾਸ਼ਦ ਕਮਾਲ ਬੰਦਗੀ। ਬੰਦਗੀ ਬਾਸ਼ਦ ਕਮਾਲ ਬੰਦਗੀ, ਬੰਦਗੀ ਬਾਸ਼ਦ ਨਿਸ਼ਾਨ ਜ਼ਿੰਦਗੀ। ਜ਼ਿੰਦਗੀ ਦਾ ਨਿਸ਼ਾਨ ਬੰਦੇ ਦੀ ਉਹ ਬੰਦਗੀ ਹੈ। ਸਾਧ ਸੰਗਤ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੇ ਇੱਕ ਤਾਕੀਦ ਕੀਤੀ, ਇੱਕ ਸਾਨੂੰ ਹਿਦਾਇਤ ਕੀਤੀ, ਐ ਮਨੁੱਖ ਤੂੰ ਬੰਦਾ ਬਣ। ਔਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਵਾਂ, ਬਾਰ-ਬਾਰ ਬੰਦੇ ਨੂੰ ਹੀ ਆਖਿਆ ਜਾਂਦਾ ਹੈ ਬਣਨ, ਬੰਦਾ ਬਣਨ ਵਾਸਤੇ। ਤੁਸੀਂ ਕਦੇ ਨਹੀਂ ਵੇਖਿਆ ਹੋਵੇਗਾ ਕਿਸੇ ਜਾਨਵਰ ਨੂੰ ਕੋਈ ਆਖਦਾ ਹੋਇਆ ਕਿ ਤੂੰ ਬੰਦਾ ਬਣ। ਕਦੇ ਕਿਸੇ ਨੇ ਕੁੱਤੇ ਨੂੰ ਆਖਿਆ ਤੂੰ ਬੰਦਾ ਬਣ, ਕਦੇ ਕਿਸੇ ਨੇ ਖੋਤੇ ਨੂੰ ਆਖਿਆ ਤੂੰ ਬੰਦਾ ਬਣ, ਕਦੇ ਕਿਸੇ ਨੇ ਊਠ ਨੂੰ ਆਖਿਆ ਤੂੰ ਬੰਦਾ ਬਣ। ਨਹੀਂ, ਕੇਵਲ ਬੰਦੇ ਨੂੰ ਹੀ ਆਖਿਆ ਜਾਂਦਾ ਤੂੰ ਬੰਦਾ ਬਣ। ਕਿਉਂ ਆਖਿਆ ਜਾਂਦਾ ਹੈ? ਕਿਉਂਕਿ ਇਸ ਨੇ ਸਰੀਰ ਬੰਦਿਆਂ ਵਾਲਿਆ ਜ਼ਰੂਰ ਧਾਰਨ ਕਰ ਲਿਆ, ਪਰ ਇਸ ਦੀਆਂ ਕਰਤੂਤਾਂ, ਇਸ ਦੀਆਂ ਆਦਤਾਂ, ਇਸ ਦੀਆਂ ਹਰਕਤਾਂ ਜਿਹੜੀਆਂ ਨੇ ਉਹ ਬਹੁਤ ਮਾੜੀਆਂ ਨੇ। ਗੁਰੂ ਨੂੰ ਕਹਿਣਾ ਪੈ ਗਿਆ ਇਸ ਦੀਆਂ ਹਰਕਤਾਂ ਵੇਖ ਕੇ, ਇਸ ਦੀਆਂ ਕਰਤੂਤਾਂ ਵੇਖ ਕਰਕੇ ਸਤਿਗੁਰੂ ਨੂੰ ਕਹਿਣਾ ਪੈ ਗਿਆ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਰਤੂਤਾਂ ਪਸ਼ੂਆਂ ਵਾਲੀਆਂ ਤੇ ਸਰੀਰ ਬੰਦਿਆਂ ਵਾਲਾ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੇ ਹਿਦਾਇਤ ਦਿੱਤੀ ਹੈ, ਇਨਸਾਨ ਤੂੰ ਬੰਦਾ ਬਣ, ਐ ਮਨੁੱਖ ਤੂੰ ਬੰਦਾ ਬਣ। ਉਹਨਾਂ ਦਾ ਸ਼ੇਰ ਹੈ,
ਕਹਿੰਦੇ ਨੇ ਤਾ ਤਵਾਨੀ ਬੰਦਾ, ਹੋ ਸਕੇ ਤਾਂ ਸਜਣਾ ਤੂੰ ਬੰਦਾ ਬਣ ਜਾ। ਤਾ ਤਵਾਨੀ ਬੰਦਾ ਸੋ ਸਾਹਿਬ ਮਬਾਸ, ਕਦੇ ਸਾਹਿਬ ਬਣਨ ਦੀ ਨਾ ਸੋਚ। ਸਾਹਿਬ ਦਾ ਅਰਥ ਹੈ ਮਾਲਕ, ਪਰਮਾਤਮਾ। ਅਜੋਕੇ ਸਮੇਂ ਦੇ ਅੰਦਰ ਜਣਾ ਖਣਾ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾ ਦਿੰਦਾ ਹੈ, ਪਰਮਾਤਮਾ ਅਖਵਾ ਦਿੰਦਾ ਹੈ, ਗੁਰੂ ਅਖਵਾ ਦਿੰਦਾ ਹੈ। ਪਰ ਐਸੇ ਬੰਦਿਆਂ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੇ ਹਿਦਾਇਤ ਦਿੱਤੀ, ਕਹਿਣ ਲੱਗੇ ਸਜਣਾ ਤੂੰ ਬੰਦਾ ਬਣ, ਗੁਰੂ ਬਣਨ ਦੀ ਨਾ ਸੋਚ, ਤੂੰ ਪਰਮਾਤਮਾ ਬਣਨ ਦੀ ਨਾ ਸੋਚ, ਤੂੰ ਕੇਵਲ ਤੇ ਕੇਵਲ ਬੰਦਾ ਬਣ ਜਾ। ਤਾ ਤਵਾਨੀ ਬੰਦਾ ਸੋ ਸਾਹਿਬ ਮਵਾਸ, ਬੰਦਾ ਰਾ ਜ਼ੁਜ ਬੰਦਗੀ ਨਾ ਬਵਦ ਤਲਾਸ। ਬੰਦੇ ਨੂੰ ਇੱਕੋ ਇੱਕ ਚੀਜ਼ ਦੀ ਤਲਾਸ਼ ਹੁੰਦੀ ਹੈ, ਉਹ ਕੀ ਹੈ? ਉਹ ਹੈ ਪਰਮਾਤਮਾ ਦੀ ਬੰਦਗੀ। ਬੰਦਾ ਰਾ ਦਾ ਅਰਥ ਹੈ ਨੂੰ, ਬੰਦੇ ਨੂੰ ਇੱਕੋ ਚੀਜ਼ ਦੀ ਤਲਾਸ਼ ਹੁੰਦੀ ਹੈ। ਬੰਦਾ ਰਾ ਜ਼ੁਜ ਬੰਦਗੀ, ਬੰਦਗੀ ਤੋਂ ਬਗੈਰ ਨਾ ਬਵਦ ਤਲਾਸ਼, ਬੰਦੇ ਨੂੰ ਹੋਰ ਕਿਸੇ ਚੀਜ਼ ਦੀ ਤਲਾਸ਼ ਨਹੀਂ ਹੁੰਦੀ। ਭਾਈ ਨੰਦ ਲਾਲ ਸਾਹਿਬ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕਰ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਤੁਹਾਡੇ ਕੋਲ ਇੱਕ ਦਾਤ ਲੈਣ ਵਾਸਤੇ ਆਇਆ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਨੰਦ ਲਾਲ ਸਾਹਿਬ ਦੱਸੋ, ਤੁਹਾਡੇ ਉੱਤੇ ਤਾਂ ਸਤਿਗੁਰੂ ਦੀ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ, ਫਿਰ ਕਿਹੜੀ ਦਾਤ ਮੰਗਣ ਵਾਸਤੇ ਮੇਰੇ ਕੋਲੇ ਆ ਗਈ? ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਮੇਰਾ ਦਿਲ ਇਹ ਗਮਗੀਨ ਰਹਿੰਦਾ ਹੈ, ਇਹ ਉਜੜਿਆ ਹੋਇਆ ਰਹਿੰਦਾ ਹੈ, ਇਸ ਦੇ ਅੰਦਰ ਹਰ ਵੇਲੇ ਈਰਖਾ ਦੀ ਅੱਗ, ਵਿਕਾਰਾਂ ਦੀ ਅੱਗ ਬਲਦੀ ਰਹਿੰਦੀ ਹੈ, ਇਸ ਨੂੰ ਕਦੇ ਵੀ ਟਿਕਾ ਨਹੀਂ ਮਿਲਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਫੇਰ ਨੰਦ ਲਾਲ ਕਹਿਣ ਲੱਗੇ ਸੱਚੇ ਪਾਤਸ਼ਾਹ ਇੱਕ ਪੱਟਾ ਤੁਸੀਂ ਮੇਰੇ ਗਲੇ ਦੇ ਅੰਦਰ ਪਾ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਨੰਦ ਲਾਲ ਪੱਟਾ ਤਾਂ ਜਾਨਵਰਾਂ ਦੇ ਗਲੇ ਵਿੱਚ ਪਾਇਆ ਜਾਂਦਾ ਹੈ, ਜਿਨ੍ਹਾਂ ਨੂੰ ਦੌੜਨ ਦਾ ਖਤਰਾ ਰਹਿੰਦਾ ਕਿ ਦੌੜ ਜਾਂਦੇ ਹਨ। ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਵੀ ਇਹੋ ਹੀ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨ ਲੱਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਨੰਦ ਲਾਲ ਸਾਹਿਬ ਦੱਸ, ਭਾਈ ਨੰਦ ਲਾਲ ਜੀ ਦੱਸੋ ਕਿਹੜਾ ਪੱਟਾ ਤੁਹਾਨੂੰ ਚਾਹੀਦਾ ਹੈ? ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਇੱਕ ਬੰਦਗੀ ਦਾ ਪੱਟਾ ਜਿਹੜਾ ਹੈ ਨਾ ਉਹ ਤੁਸੀਂ ਮੇਰੇ ਗਲੇ ਦੇ ਅੰਦਰ ਪਾ ਦਿਓ, ਤਾਂ ਕਰਕੇ ਮੇਰਾ ਮਨ ਵੀ ਇੱਕ ਥਾਂ ਤੇ ਟਿਕ ਜਾਏ। ਇਹ ਮਨ ਜਿਹੜਾ ਅੱਧਰ ਅੱਧਰ ਦੌੜਦਾ ਹੈ ਨਾ ਇਹ ਤੁਹਾਡੇ ਚਰਨਾਂ ਦੇ ਅੰਦਰ ਟਿਕ ਜਾਵੇ। ਉਹਨਾਂ ਨੇ ਬੜਾ ਸੋਹਣਾ ਲਿਖਿਆ ਜ਼ਿੰਦਗੀ ਨਾਮੇ ਦੇ ਅੰਦਰ, ਈ ਦਿਲ ਬਿਰਿਆਨ ਮੇਰਾ ਦਿਲ ਇਹ ਦੌੜਦਾ ਹੈ ਚਹੁੰ ਪਾਸੀ, ਇਸ ਨੂੰ ਸ਼ਾਂਤੀ ਕਦੇ ਨਹੀਂ ਮਿਲਦੀ, ਇਹ ਸੜਿਆ ਰਹਿੰਦਾ ਹੈ। ਈ ਦਿਲ ਬਿਰਿਆਨ ਮਾਰਾ ਸ਼ੋਕ ਦੇ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਚਾਓ ਬਖਸ਼ੋ, ਦਰ ਗੁਲਏਮ ਬੰਦਗੀ ਰਾ ਤੌਕ ਦੇ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਮਨ ਦੇ ਅੰਦਰ ਇੱਕ ਬੰਦਗੀ ਦਾ ਪੱਟਾ ਪਾਓ ਮੇਰੇ ਗਲੇ ਦੇ ਅੰਦਰ, ਤਾਂ ਕਰਕੇ ਮੇਰਾ ਮਨ ਵੀ ਇਹ ਦੌੜ ਨੂੰ ਹਟ ਜਾਵੇ।